So very good afternoon to all of you ji. Sat Shri Akal, Namaskar, and thank you so much for coming today. So ਅੱਜ ਅਸੀਂ launch ਕਰਨ ਜਾ ਰਹੇ ਹਾਂ ਆਪਣਾ IVF center, infertility center, ਜਿਹਦੇ ਵਿੱਚ ਸਾਡੇ ਕੋਲ 3 ਡਾਕਟਰਸ ਦੀ ਟੀਮ ਹੈ। ਇਨਫਰਟੀਲਿਟੀ ਅੱਜ ਕੱਲ੍ਹ ਦੇ ਮਾਡਰਨ ਟਾਈਮ ਦੇ ਵਿੱਚ ਅੱਗੋਂ ਨਾਲੋਂ ਉਹਦਾ ਇੰਸੀਡੈਂਸ ਬਹੁਤ ਜ਼ਿਆਦਾ ਵੱਧ ਗਿਆ। ਜ਼ਿਆਦਾ ਤਾਂ ਇਹਦੇ ਬਾਰੇ ਡਾਕਟਰ ਸਾਹਿਬ ਦੱਸਣਗੇ, ਬਟ ਜੋ ਅਸੀਂ ਲਿਟਰੇਚਰ ਪੜ੍ਹਦੇ ਹਾਂ ਜਾਂ ਜੋ ਨਿਊਜ਼ ਦੇਖਦੇ ਹਾਂ, which is again the reason is that जिन्ना stress life ਦੇ ਵਿੱਚ ਐਡ on ਹੋ ਗਿਆ ਹੈ, ਜਿੰਨੇ youngsters ਨੇ, younger population ਹੈ, be girls or boys, they both want to work, they want to pursue their careers in a way that they spend more time at work than at home. So ਇੱਕ balance create ਕਰਦੇ ਕਰਦੇ life ਦੇ ਵਿੱਚ ਕਿਤੇ ਨਾ ਕਿਤੇ ਜਿਹੜਾ stress ਹੈਗਾ, it affects on they're unable to conceive, their infertility rate has gone up, and infertile couples often, Dr. Abhishek, infertile couples often need support from a good center. They can come and get all services under one roof. Infertility, male infertility भी हुंदी है, female infertility भी हुंदी है. So साढ़े कोल जिहड़ी team of doctors हैगी है, ਉਹਦੇ 'ਚ ਅਸੀਂ ਦੋਨੋਂ ਤਰ੍ਹਾਂ ਦਾ ਇਲਾਜ ਕਰਦੇ ਹਾਂ, ਹਰ ਤਰ੍ਹਾਂ ਦਾ ਟ੍ਰੀਟਮੈਂਟ ਅਸੀਂ ਇੱਥੇ ਕਰਦੇ ਹਾਂ। ਇਸੇ ਸੈਂਟਰ 'ਤੇ ਅਸੀਂ ਪਹਿਲੇ ਵੀ ਸੇਵਾਵਾਂ ਦੇ ਰਹੇ ਸੀ। ਇਸ ਸੈਂਟਰ ਨੂੰ ਅਸੀਂ ਹੋਰ ਅਪਗ੍ਰੇਡ ਕਰਕੇ ਨਵੇਂ ਇਕਵਿਪਮੈਂਟ, ਨਵੀਂ ਟੈਕਨੀਕ ਦੇ ਨਾਲ ਇਹਨੂੰ ਦੁਬਾਰਾ ਤੋਂ ਰੀਲਾਂਚ ਕਰ ਰਹੇ ਹਾਂ, ਕਿਉਂਕਿ ਸਾਨੂੰ ਲੱਗਦਾ ਹੈ ਕਿ ਇਹ ਇਸ ਯੁੱਗ ਦੀ, ਇਸ ਵਕਤ ਦੀ ਬਹੁਤ ਵੱਡੀ ਰਿਕੁਆਇਰਮੈਂਟ ਹੈ। ਅਤੇ ਸਾਡੇ ਕੋਲ 3 ਸੀਨੀਅਰ ਡਾਕਟਰਸ ਦੀ ਟੀਮ ਹੈਗੀ ਇਹਦੇ ਲਈ। ਡਾਕਟਰ ਗੁਰਸਿਮਰਨ ਕੌਰ, ਡਾਕਟਰ ਪ੍ਰਿਯੰਕਾ, ਡਾਕਟਰ ਬਲਵੀਨ, ਇਹ ਸਾਰੇ ਇਸ ਟੈਕਨੀਕ ਦੇ ਨਾਲ ਟ੍ਰੇਨਡ ਹੈਗੇ ਨੇ ਅਤੇ ਇਹ ਸੇਵਾਵਾਂ ਇਸ ਹਸਪਤਾਲ ਦੇ ਵਿੱਚ ਦੇਣਗੇ ਫॉर ਇਨਫਰਟੀਲਿਟੀ ਸੈਂਟਰ ਐਟ IV ਹਸਪੀਟਲ। ਸੋ ਮੈਂ ਡਾਕਟਰ ਗੁਰਸਿਮਰਨ ਨੂੰ ਕਹਾਂਗੀ ਕਿ ਇਹਦੇ ਬਾਰੇ ਥੋੜ੍ਹਾ ਦੱਸਣਗੇ, ਅਤੇ ਫਿਰ ਡਾਕਟਰ ਬਲਵੀਨ ਵੀ ਇਹਦੇ ਬਾਰੇ ਦੱਸਣਗੇ। ਡਾਕਟਰ ਗੁਰਸਿਮਰਨ। So very good afternoon to all of you. So मैम ने काफ़ी clearly basic एक दसता है कि what is the need for IVF system and वो बिल्कुल rightly said है कि अजकल ਦੀ ਪ੍ਰੈਕਟਿਸ 'ਚ ਜੇ ਅਸੀਂ ਆਪਣੀ ਗਾਇਨੀ ਪ੍ਰੈਕਟਿਸ ਦੇ ਵਿੱਚ ਅਸੀਂ ਬੈਠਦੇ ਹਾਂ ਤਾਂ ਵੀ ਸੀ ਜੇ ਰਫਲੀ ਜੇ ਆਊਟ ਆਫ 10 ਪੇਸ਼ੈਂਟਸ ਅਸੀਂ ਦੇਖਦੇ ਹਾਂ ਤਾਂ ਉਹਦੇ 'ਚੋਂ 2 ਜਾਂ 3 ਜਾਂ 4 ਪੇਸ਼ੈਂਟਸ ਇਹੋ ਜਿਹੇ ਆ ਰਹੇ ਜਿਹੜੇ ਕਿ ਸਮ ਹਾਊ ਦੇ ਆਰ ਅਫੈਕਟਿਡ ਵਿਦ ਦਿਸ ਪ੍ਰੋਬਲਮ ਐਂਡ ਫਰਟੀਲਿਟੀ ਇਸ਼ੂਜ਼ ਆਰ ਦੇयर। ਆਲਦੋ ਹਰ ਪੇਸ਼ੈਂਟ ਨੂੰ ਉਸ ਲੈਵਲ ਦੀ ਪ੍ਰੋਬਲਮ ਨਹੀਂ ਆਉਂਦੀ, ਬਟ ਸਟਿਲ ਦੇयर ਇਜ਼ ਸਮ ਪ੍ਰੋਬਲਮ, ਦੇ ਆਰ ਨਾਟ ਏਬਲ ਟੂ ਕਨਸੀਵ। ਈਵਨ ਸਿੰਪਲ ਕਾਜ਼ਜ਼ ਵੀ ਹੋ ਸਕਦੇ ਨੇ, ਬਟ ਯੈਸ ਵੀ ਸੀ ਕਿ ਇਹ ਬਹੁਤ ਕਾਮਨ ਹੋਈ ਜਾ ਰਿਹਾ ਹੈ। ਐਂਡ ਮੋਸਟਲੀ ਕੋਵਿਡ ਤੋਂ ਬਾਅਦ ਵੀ ਆਰ ਸੀਇੰਗ ਦੈਟ ਇਹ ਪ੍ਰੋਬਲਮ ਅੱਗੇ ਨਾਲੋਂ ਵੀ ਸਾਡੀ OPD ਦੇ ਵਿੱਚ ਇਟ ਇਜ਼ ਕਮਿੰਗ ਕੁਆਇਟ ਕਾਮਨ ਹੋ ਰਹੀ ਹੈ। ਐਂਡ ਫੈਕਟਰਸ ਜਿਹੜੇ ਹੈਗੇ ਉਹ ਸਿਰਫ ਪਹਿਲਾਂ ਸਿੰਪਲ ਆਪਾਂ ਸੋਚਦੇ ਸੀ ਕਿ ਯੈਸ ਫੀਮੇਲ ਫੈਕਟਰਸ ਆਰ ਮੋਰ ਇੰਪੋਰਟੈਂਟ, ਫੀਮੇਲ ਇਜ਼ ਮੋਰ ਅਫੈਕਟਿਡ, ਬਟ ਨਾਓ ਅਸੀਂ ਜੇ ਦੇਖ ਰਹੇ ਹਾਂ ਕਿ ਪ੍ਰੈਕਟਿਸ 'ਚ ਕਿ ਮੇਲ ਫੈਕਟਰਸ ਜਿਹੜੇ ਨੇ ਉਹ ਜ਼ਿਆਦਾ ਉੱਪਰ ਹੋ ਰਹੇ ਨੇ ਦੈਨ ਕਿ ਫੀਮੇਲ ਫੈਕਟਰ। ਫੀਮੇਲ ਨੂੰ ਜੇ ਕੋਈ ਇਸ਼ੂਜ਼ ਹੁੰਦਾ ਹੈ ਉਹ ਆ ਕੇ ਫਿਰ ਵੀ ਪਹਿਲਾਂ ਆ ਕੇ ਸਾਨੂੰ ਰਿਪੋਰਟ ਕਰ ਦਿੰਦੀ ਹੈ ਕਿ ਹਾਂ ਸਾਨੂੰ ਆਹ ਪ੍ਰੋਬਲਮ ਹੈ, ਕੋਈ ਇਰੈਗੂਲਰ ਸਾਈਕਲਸ ਹੋ ਰਹੇ ਜਾਂ ਕੁਛ ਹਾਰਮੋਨ ਇੰਬੈਲੈਂਸਿਸ ਹੋ ਰਹੇ। ਸੋ ਫੀਮੇਲ ਜਿਹੜੀਆਂ ਨੇ ਉਹ ਜ਼ਿਆਦਾ ਓਪਨਡ ਅਪ ਹੈ ਇਸ ਪ੍ਰੋਬਲਮ 'ਚ। ਮੇਲਸ ਦਾ ਜਿਹੜਾ ਫੈਕਟਰ ਸੀਗਾ ਹਮੇਸ਼ਾ ਹੀ ਨੈਗਲੈਕਟਿਡ ਰਿਹਾ ਹੈ। ਸੋ ਉਸ ਨੈਗਲੈਕਟਿਡ ਫੇਜ਼ ਦੇ ਵਿੱਚ ਸੋ ਹੁਣ ਜਿਹੜੀਆਂ ਜ਼ਿਆਦਾ ਇਸ਼ੂਜ਼ ਜਿਹੜੇ ਸਾਨੂੰ ਲੱਗਦੇ ਨੇ ਜਦੋਂ ਅਸੀਂ ਵਰਕਅਪ ਕਰਦੇ ਹਾਂ ਕਿਸੇ ਕਪਲ ਦਾ, ਇੱਕ ਕਪਲ ਵਰਕਅਪ ਹੁੰਦਾ ਸੋ ਉਹਦੇ ਵਿੱਚ ਵੀ ਫੀਲ ਕਿ ਇੱਕ ਤਰ੍ਹਾਂ ਦਾ ਮੇਲ ਫੈਕਟਰ ਜਿਹੜਾ ਹੈ ਉਹ ਜ਼ਿਆਦਾ ਉੱਤੇ ਉੱਭਰ ਕੇ ਆ ਰਿਹਾ ਹੈ। ਸੋ ਜਿਹੜਾ ਹੁਣ ਮੈਮ ਨੇ ਕਿਹਾ ਕਿ ਅਸੀਂ ਵੀ ਆਰ ਪਲੈਨਿੰਗ ਟੂ ਸਟਾਰਟ ਅਪ ਰੀਲਾਂਚ ਇਹਦਾ ਇਹ ਹੈਗਾ, ਉਹਦੇ ਵਿੱਚ ਅਸੀਂ ਲੇਟੈਸਟ ਫੈਸਿਲਿਟੀਜ਼, ਲੇਟੈਸਟ ਜੋ ਵੀ IVF ਦੇ ਵਿੱਚ ਅੱਜ ਕੱਲ੍ਹ ਦਾ ਸਿਸਟਮ 'ਚ ਜੋ ਹੈਗਾ ਉਹ ਅਸੀਂ ਸਾਰਾ ਕੁਛ ਵਿੱਚ ਐਡ ਕਰ ਰਹੇ ਹਾਂ। ਉਹਦੇ ਵਿੱਚ ਜਿਹੜਾ ਮੇਨ 2 ਕਲੀਨਿਕਸ ਅਸੀਂ ਵੀ ਆਰ ਪ੍ਰਪੋਜ਼ਿੰਗ ਕਿ ਅਸੀਂ ਉਹ ਨਾਲ ਐਡ ਕਰ ਰਹੇ ਹਾਂ। ਉਹਦੇ ਵਿੱਚ ਇੱਕ ਤਾਂ ਹੈਗਾ ਕਿ ਇਹੀ ਐਂਡਰੋ ਕਲੀਨਿਕ ਜਿਹੜੀ ਮੇਲ ਫੈਕਟਰ ਨੂੰ ਬਹੁਤ ਜ਼ਿਆਦਾ ਅਸੀਂ ਵੀ ਆਰ ਟ੍ਰਾਈਂਗ ਫੋਕਸ ਔਨ ਦੈਟ ਪ੍ਰੋਬਲਮ। ਅਤੇ ਦੂਸਰੀ ਇਹ ਹੈਗੀ ਹੈ ਕਿ ਜਦੋਂ ਅਸੀਂ ਇਨਫਰਟੀਲਿਟੀ ਪ੍ਰੈਕਟਿਸ ਕਰ ਰਹੇ ਹਾਂ ਪੇਸ਼ੈਂਟਸ ਜਿਹੜੇ ਹੈ ਉਹ ਆਉਂਦੇ ਸਾਡੇ ਕੋਲ ਮਲਟੀਪਲ ਫੇਲੀਅਰਸ ਦੇ ਨਾਲ, ਮਲਟੀਪਲ ਪਹਿਲਾਂ ਬਹੁਤ ਜਗ੍ਹਾ ਦਿਖਾਇਆ ਹੁੰਦਾ ਹੈ ਔਰ ਕੋਈ ਸਲਿਊਸ਼ਨ ਨਹੀਂ ਉਹਨਾਂ ਦਾ ਨਿਕਲ ਰਿਹਾ ਹੁੰਦਾ। ਸੋ ਉਹਦੇ ਵਾਸਤੇ ਇੱਕ ਸਪੈਸ਼ਲ ਵੈਲ ਮੈਮ ਡਾਕਟਰ ਗੁਰਸਿਮਰਨ ਐਂਡ ਮੈਮ ਕਾਫੀ ਉਹਨਾਂ ਨੇ ਦੱਸਿਆ ਹੈ। ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਾਂਗੀ ਕਿ ਦੇਰ ਆਰ ਮੈਨੀ ਐਡਵਾਂਸਿਸ ਦੈਟ ਹੈਵ ਕਮ ਅਪ। ਸੋ ਕਈ ਵਾਰੀ ਇਹ ਹੁੰਦਾ ਹੈ ਕਿ ਕਈ ਵਾਰੀ ਬਿਲਕੁਲ ਹੋਪ ਹੀ ਨਹੀਂ ਹੁੰਦੀ ਹੈ ਪੇਸ਼ੈਂਟਸ ਨੂੰ ਕਿ ਸਾਡੇ ਕੋਈ ਟ੍ਰੀਟਮੈਂਟ ਹੋ ਸਕਦਾ ਹੈ। सो वी हैव newer techniques which we can offer. आप थोड़ा इधर आ जाइए, आप थोड़ा सा
ਚਲੋ ਬੈਟਰ ਹੋਏਗਾ ਬੈਟਰ there are many newer techniques which we can offer ਉਹਦੇ ਵਿੱਚੋਂ ਇੱਕ ਹੁੰਦਾ ਹੈ ਜਿਹੜਾ ਅਸੀਂ ਰੀਜੂਵੀਨੇਸ਼ਨ ਟ੍ਰੀਟਮੈਂਟ ਕਹਿੰਦੇ ਆ ਕਿ ਅਸੀਂ ਟ੍ਰੀਟਮੈਂਟ ਦੇ ਨਾਲ ਹੀ ਫੀਮੇਲ ਦੀ ਖੁਦ ਦੀ ਓਵਰੀਜ਼ ਆਪਣੀ ਓਵਰੀਜ਼ ਦੇ ਅੰਦਰ ਹੀ ਐਗਸ ਰਿਟਰੀਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਕ ਇਹ ਅਸੀਂ ਆਫਰ ਕਰਨਾ ਚਾਹੁੰਦੇ ਹਾਂ ਨਾਲੇ ਜਿਹੜੇ ਕੈਂਸਰ ਪੇਸ਼ੈਂਟਸ ਹਨ ਅੱਜ ਕੱਲ੍ਹ ਬਹੁਤ ਜ਼ਿਆਦਾ ਕੈਂਸਰ ਦਾ ਵੀ ਇਨਸੀਡੈਂਸ ਵੱਧ ਗਿਆ ਹੈ ਕਈ ਕੀਮੋਥੈਰੇਪੀ ਰੇਡੀਓਥੈਰੇਪੀ ਨਾਲ ਦੇ ਲੂਜ਼ देयर ओन ability to have pregnancies. So we offer that facility also where we can preserve their eggs before their treatment starts, and when they're cured of their cancer we can offer them pregnancy treatment, but it will be in the form of in IVF. That is another thing we can do, and these are the two things which we will offer. ਫਰਟੀਲਾਈਜੇਸ਼ਨ IVF ਉਸ ਤੋਂ ਪਹਿਲਾਂ ਵੀ ਬੜਾ ਕੁਝ ਹੁੰਦਾ ਹੈ ਕਈ ਵਾਰੀ more than 50% ਪੇਸ਼ੈਂਟਸ ਨੂੰ IVF ਦੀ ਲੋੜ ਵੀ ਨਹੀਂ ਪੈਂਦੀ ਉਸ ਤੋਂ ਪਹਿਲਾਂ ਵੀ ਛੋਟੇ ਛੋਟੇ ਐਸੇ ਸਟੈਪਸ ਹੁੰਦੇ ਨੇ ਅਵੇਅਰਨੈਸ ਦੀ ਲੋੜ ਹੈ ਉਹ ਨਾ ਵੀ ਕਰਕੇ ਆਪਾਂ ਛੋਟੇ ਛੋਟੇ 15-20 ਹਜ਼ਾਰ ਦੇ ਛੋਟੇ ਪ੍ਰੋਸੀਜਰਸ ਦੇ ਨਾਲ ਵੀ ਕਈ ਵਾਰੀ ਕੰਸੀਵ ਕਰ ਦਿੰਦੇ ਨੇ ਜੇ ਡਾਕਟਰ ਸਾਹਿਬ ਨੇ ਦੱਸਿਆ ਕਿ ਅਸੀਂ ART ਕਲੀਨਿਕ ਦੀ ਕਰਨਾ ਚਾਹੁੰਦੇ ਹਾਂ ਹੁੰਦਾ ਕੀ ਹੈ ਕਿ ਇਸ ਬਿਮਾਰੀ ਨਾਲ ਪਹਿਲੇ ਬੰਦਾ ਝਿਜਕਦਾ ਹੈ ਤੁਸੀਂ ਪਿੰਡਾਂ ਦੀ ਗੱਲ ਕੀਤੀ ਹੈ ਉਸ ਪੋਪੂਲੇਸ਼ਨ ਦੇ ਵਿੱਚ ਉਹ ਕਦੀ ਕਿਸੇ ਚੋਂ ਲੋਕਲ ਬੰਦੇ ਕੋਲ ਚਲੇ ਕੋਈ ਦਾਈ ਕੋਲ ਚਲੇ ਗਏ ਫਿਰ ਹਲਕਾ ਜਿਹੀ ਕਿਸੇ RMP ਕੋਲ ਚਲੇ ਕਰਦਿਆਂ ਟਾਈਮ ਵੀ ਬੜਾ ਨਿਕਲ ਜਾਂਦਾ ਐਂਡ ਜਦ ਤੱਕ ਉਹ ਸਹੀ ਜਗ੍ਹਾ 'ਤੇ ਪਹੁੰਚਦੇ ਨੇ ਤਦ ਤੱਕ ਕਈ ਵਾਰੀ ਫਾਈਨੈਂਸ਼ੀਅਲੀ ਵੀ ਐਗਜ਼ੌਸਟ ਹੋ ਜਾਂਦੇ ਨੇ ਸੋ ਮੈਂ ਇੱਕ ਤਾਂ ਮੈਸੇਜ ਇਹ ਦੇਣਾ ਚਾਹੁੰਦੀ ਹਾਂ ਕਿ ਕਈ ਵਾਰੀ ਸਾਨੂੰ ਇਨ ਵਿਟਰੋ ਫਰਟੀਲਾਈਜੇਸ਼ਨ ਦੀ ਲੋੜ ਪੈਂਦੀ ਨਹੀਂ ਉਸ ਤੋਂ ਪਹਿਲਾਂ ਹੀ ਜੇ ਤੁਸੀਂ ਠੀਕ ਬੰਦੇ ਕੋਲ ਆ ਗਏ ਜਿਸ ਬੰਦੇ ਨੇ ਪੂਰੇ ਪ੍ਰੋਸੀਜਰ ਨਾਲ ਚੱਲਣਾ ਹੈ ਪਹਿਲੇ ਛੋਟਾ ਕੰਮ ਕਰਕੇ ਦੇਖਾਂਗੇ ਫਿਰ ਉਸ ਤੋਂ ਹੋਰ ਟੈਸਟ ਵੱਡਾ ਕਰਕੇ ਦੇਖਾਂਗੇ ਜਾਂ ਇੱਕ ਪ੍ਰੋਸੀਜਰ ਕਰਕੇ ਦੇਖਾਂਗੇ ਜਿਹਦੇ ਨਾਲ ਵੈਸੀ ਕੰਸੈਪਸ਼ਨ ਹੋ ਜਾਏਗੀ ਉਹਨੂੰ ਐਜੂਕੇਟ ਕਰਕੇ ਟ੍ਰੇਨ ਕਰਕੇ ਵੀ ਕਿੱਦਾਂ ਕੀ ਪ੍ਰੋਸੀਜਰ ਕਿਦੋਂ ਕਰਨਾ ਚਾਹੀਦਾ ਫਿਰ ਜੇ IVF ਦੀ ਲੋੜ ਵੀ ਪੈਂਦੀ ਹੈ ਤੇ ਮੈਂ ਹਮੇਸ਼ਾ ਕਹਿੰਦੀ ਹਾਂ ਕਿ IV ਹਸਪੀਟਲ ਆਲਵੇਜ਼ ਫੋਕਸ ਔਨ ਓਨੈਸਟ ਅਫੋਰਡੇਬਲ ਐਥੀਕਲ ਵਰਕ ਅਫੋਰਡੇਬਿਲਿਟੀ ਸਾਡੀ ਹਰ ਪ੍ਰੋਸੀਜਰ ਦੀ ਹੁੰਦੀ ਹੈ IV ਦਾ ਮੇਨ ਮਕਸਦ ਹੀ ਹਮੇਸ਼ਾ ਹੀ ਰਿਹਾ ਕਿ ਅਸੀਂ ਹਾਈ ਐਂਡ ਕੁਆਲਿਟੀ ਸਰਵਿਸਿਜ਼ ਦੇਣੀਆਂ ਨੇ ਬਟ ਐਟ ਅਫੋਰਡੇਬਲ ਪ੍ਰਾਈਸਿੰਗ ਸੋ 1 ਲੱਖ ਦੇ ਆਸ-ਪਾਸ IVF ਦਾ ਜਿਹੜਾ ਟ੍ਰੀਟਮੈਂਟ ਹੈਗਾ ਜਿਹਦੇ ਵਿੱਚ ਕਾਫੀ ਜ਼ਿਆਦਾ ਹਾਰਮੋਨਸ ਲੱਗਦੇ ਨੇ ਕਾਫੀ ਜ਼ਿਆਦਾ ਬਲੱਡ ਟੈਸਟ ਕੀਤੇ ਜਾਂਦੇ ਨੇ ਜਿਹੜੇ ਬੜੇ ਮਹਿੰਗੇ ਹੁੰਦੇ ਨੇ ਉਹਨਾਂ ਦੀ ਕਿਟਸ ਹੀ ਬੜੀਆਂ ਮਹਿੰਗੀਆਂ ਹੁੰਦੀਆਂ ਨੇ ਇਸ ਦੇ ਆਸ-ਪਾਸ ਅੰਦਾਜ਼ਨ ਦੇ ਵਿੱਚ IVF ਦਾ ਵੀ ਇਲਾਜ 1 ਲੱਖ ਦੇ ਆਸ-ਪਾਸ ਕੀਤਾ ਜਾ ਸਕਦਾ ਹੈ ਠੀਕ ਹੈ ਨਹੀਂ ਡਾਕਟਰ ਸਾਹਿਬ ਹਾਂਜੀ ਬਿਲਕੁਲ ਸੇਮ ਲਾਈਨਸ 'ਤੇ ਅਸੀਂ ਇੱਥੇ ਵੀ ਅਸੀਂ ਵੀ ਆਈਡੈਂਟੀਫਾਈ ਅਸੀਂ NGOs ਦੇ ਨਾਲ ਵੀ ਕਰਾਂਗੇ ਆਈਡੈਂਟੀਫਾਈ ਕਰਾਂਗੇ ਕਿ ਕਿਹੜੇ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਕੈਂਪ ਲਗਾਵਾਂਗੇ ਉਹਨਾਂ ਨੂੰ ਅਵੇਅਰ ਕਰਾਵਾਂਗੇ ਕਿ ਇਹ ਇੰਨੀ ਔਖਾ ਸਵਾਲ ਨਹੀਂ ਹੈ ਕਿਉਂਕਿ ਕਈ ਵਾਰੀ ਕੋਈ ਸ਼ਰਮ ਕਰਕੇ ਕੁਝ ਕਰਕੇ ਸਾਹਮਣੇ ਨਹੀਂ ਆਉਂਦੀਆਂ ਤੇ ਉਹ ਜਦੋਂ ਕਨੈਕਟ ਕਰਨਗੇ ਡਾਕਟਰ ਸਾਹਿਬ ਉਹਨਾਂ ਨੂੰ ਸਮਝਾਉਣਗੇ ਦੱਸਣਗੇ ਤੇ ਬੜੇ ਲੋਕਾਂ ਨੂੰ ਇਹਦਾ ਫਾਇਦਾ ਹੋ ਸਕਦਾ ਜਿੱਦਾਂ ਤੁਸੀਂ ਹੁਣ ਕਹਿ ਰਹੇ ਹੋ ਰੀਲਾਂਚ ਦੀ ਗੱਲ ਕਰ ਰਹੇ ਹਾਂ ਇਸ ਤੋਂ ਪਹਿਲਾਂ ਬੰਦ ਕਰਨ ਦਾ ਕੀ ਕਾਰਨ ਬੰਦ ਅਸੀਂ ਕਦੀ ਵੀ ਨਹੀਂ ਕੀਤਾ ਜੀ ਕੋਵਿਡ ਦੇ ਦੌਰਾਨ ਮੈਂ ਦੱਸਦੀ ਹਾਂ ਕੋਵਿਡ ਦੇ ਦੌਰਾਨ ਵੈਸੇ ਵੀ ਥੋੜ੍ਹਾ ਜਿਹਾ ਇੱਕ ਸਕੇਅਰ ਹੋਣ ਕਰਕੇ ਥੋੜ੍ਹਾ ਜਿਹਾ ਅਵੇਅਰਨੈਸ ਹੋਰ ਘੱਟ ਗਈ ਕਿ ਵੀ ਇੱਥੇ ਹੁੰਦਾ ਵੀ ਹੈ ਕਿ ਨਹੀਂ ਹੁੰਦਾ ਕਰਦੇ ਹਾਂ ਹੁਣ ਵੀ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਕੰਮ ਬਟ ਘੱਟ ਵੀ ਅਪਗ੍ਰੇਡ ਕਰਦੇ ਰਹੇ ਕਿਆਸੀ ਕਿ ਫੀਮੇਲਸ ਵਾਸਤੇ ਕਿ ਤੁਸੀਂ ਫੀਮੇਲ NGO ਰਾਹੀਂ ਜਾਂ ਕਿਸ ਰਾਹੀਂ ਤੁਸੀਂ ਅਵੇਅਰਨੈਸ ਦਿਓ ਮੇਲ ਵਾਸਤੇ ਤੁਸੀਂ ਕੀ ਉਹਨਾਂ ਨੂੰ ਵੀ ਤਾਂ ਅਵੇਅਰਨੈਸ ਜ਼ਰੂਰੀ ਹੈ ਆਫ ਕੋਰਸ ਦੇਖੋ ਹਮੇਸ਼ਾ ਨਾ ਸਟਾਰਟਿੰਗ ਪੁਆਇੰਟ ਜੇ ਤੁਸੀਂ ਆਪਣੀ ਸੁਸਾਇਟੀ 'ਚ ਦੇਖੀਏ ਕੋਈ ਲੇਡੀ ਪ੍ਰੈਗਨੈਂਟ ਨਹੀਂ ਹੋ ਰਹੀ ਇਟ ਇਜ਼ ਆਲਵੇਜ਼ ਅਬਾਊਟ ਦੀ ਲੇਡੀ ਜਦੋਂ ਲੇਡੀ ਆ ਗਈ ਸਾਡੇ ਕੋਲ ਉਹਦਾ ਹਮੇਸ਼ਾ ਹਸਬੈਂਡ ਅਸੀਂ ਡਾਕਟਰ ਸਾਹਿਬ ਨੇ ਕਹਿਣਾ ਕਿ ਅਸੀਂ ਕਦੀ ਲੇਡੀ ਦੇ 'ਤੇ ਇਕੱਲਾ ਟੈਸਟ ਕਰਾਉਂਦੇ ਇਟ ਇਜ਼ ਆਲਵੇਜ਼ ਕਪਲ ਟੈਸਟ ਸੋ ਉਹ ਆਟੋਮੈਟਿਕਲੀ ਹੋ ਜਾਂਦਾ ਹੈ ਬਟ ਯੈਸ ਯੂ ਆਰ ਰਾਈਟ ਮੇਲ ਅਵੇਅਰਨੈਸ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਇਸ 'ਚ ਮੈਮ ਇੱਕ ਗੱਲ ਹੈ ਕਿ ਜਿਹੜੀ ਫੀਮੇਲ ਹੈ ਉਹਦੇ ਤੁਸੀਂ ਕਿਸੇ ਤਰ੍ਹਾਂ NGO ਰਾਹੀਂ ਕਿਸੇ ਤਰ੍ਹਾਂ ਬੁਲਾ ਲੋਗੇ ਯਾ ਯੂ ਆਰ ਰਾਈਟ ਜਿਹੜੇ ਇੰਟਰਨਲ ਏਰੀਆਜ਼ ਆ ਉੱਥੇ ਜਿਹੜੇ ਘਰਾਂ 'ਚ ਮੇਲ ਦੀ ਜ਼ਿਆਦਾ ਚੱਲਦੀ ਹੈ ਤਾਂ ਮੇਲ ਅਵੇਅਰਨੈਸ ਵੀ ਜ਼ਿਆਦਾ ਬਿਲਕੁਲ ਤੁਹਾਡਾ ਪੁਆਇੰਟ ਠੀਕ ਹੈ ਜੀ ਮੇਲ ਅਵੇਅਰਨੈਸ ਵੀ ਕਰਾਂਗੇ ਪੂਰੀ ਐਂਡ ਅਸੀਂ ਇਹ ਵੀ ਪ੍ਰੋਗਰਾਮ ਸੋਚ ਰਹੇ ਹਾਂ ਕਿ ਅਸੀਂ ਜਿਹੜੇ ਵੀ ਇਨਫਰਟੀਲਿਟੀ ਦੇ ਕਪਲਸ ਨੇ ਸਪੋਜ਼ ਅਸੀਂ ਆਈਡੈਂਟੀਫਾਈ ਕੀਤੇ ਸਾਡੇ 15 ਕਪਲਸ ਨੇ ਅਸੀਂ ਉਹਨਾਂ ਨੂੰ ਇਕੱਲੇ ਨਹੀਂ ਬੁਲਾਵਾਂਗੇ ਲੇਡੀਜ਼ ਨੂੰ ਅਸੀਂ ਕਪਲਸ ਨੂੰ ਬੁਲਾ ਕੇ ਉਹਨਾਂ ਦੀ ਕਾਉਂਸਲਿੰਗ ਕਰਾਂਗੇ ਬਿਲਕੁਲ ਤੁਸੀਂ ਠੀਕ ਕਿਹਾ ਹਮੇਸ਼ਾ ਬਲੇਮ ਆਉਂਦਾ ਵੀ ਇਹ ਨਹੀਂ ਪ੍ਰੈਗਨੈਂਟ ਹੋ ਰਹੀ ਉਹਦੇ 'ਚ ਇਹ ਕੋਈ ਨਹੀਂ ਦੇਖਦਾ ਵੀ ਕਾਰਨ ਕੀ ਸੀ ਉਹ ਕਾਰਨ ਨੂੰ ਫੜਨ ਲਈ ਕਿਉਂਕਿ ਨੋਰਮਲੀ ਜਿਹੜੀ ਫੀਮੇਲ ਵੀ ਆਉਂਦੀ ਹੈ ਜਦੋਂ ਚੈੱਕਅਪ ਕਰਾਉਣ ਤੇ ਆਉਂਦੀ ਤੇ ਆਪਣੀ ਮਦਰ ਇਨ ਲਾਅ ਨਾਲ ਮਦਰ ਜਿਹਦੇ ਨਾਲ ਵੀ ਆਏਗੀ ਜਦੋਂ ਉਹਨਾਂ ਨੂੰ ਦੱਸਦੇ ਹਾਂ ਫਿਰ ਦੈਨ ਦੇ ਰਿਅਲਾਈਜ਼ ਐਂਡ ਦੇ ਅੰਡਰਸਟੈਂਡ ਐਂਡ ਵੀ ਵਿਲ ਡੈਫੀਨੇਟਲੀ ਵੈਰੀ ਗੁੱਡ ਸੁਜੈਸ਼ਨ ਅਸੀਂ ਅੱਛਾ ਇੱਕ ਪ੍ਰੋਗਰਾਮ ਰਨ ਕਰਾਂਗੇ ਵਿਲ ਡੂ ਅ ਕਪਲਸ ਪ੍ਰੋਗਰਾਮ ਜਿਹਦੇ 'ਚ ਉਹਨਾਂ ਨੂੰ ਅਵੇਅਰ ਕਰਾਵਾਂਗੇ ਕਿ ਤੁਹਾਡੇ ਮੇਲ ਇਨਫਰਟੀਲਿਟੀ ਦੇ ਕੀ ਰੀਜ਼ਨਸ ਹੋ ਸਕਦੇ ਨੇ ਤੇ ਉਹਨਾਂ ਦੀ ਟੈਸਟਿੰਗ ਵੀ ਇਕੁਅਲੀ ਇੰਪੋਰਟੈਂਟ ਹੈ ਸਪੋਜ਼ ਜਿਹੜਾ ਅਸੀਂ ਇਹਦੇ ਚ ਮੈਂਸ਼ਨ ਕੀਤਾ ਐਂਡਰੋ ਕਲੀਨਿਕ ਕਰਕੇ ਜੋ ਅਸੀਂ ਐਂਡਰੋ ਕਲੀਨਿਕ ਦੈਟ ਇਜ਼ ਫॉर ਮੇਲ ਇਨਫਰਟੀਲਿਟੀ ਜਸਟ ਫॉर ਮੇਲਸ ਮੇਲ ਜੇ ਕਈ ਵਾਰੀ ਜੋ ਅਸੀਂ ਦੇਖਦੇ ਹਾਂ ਕਿ ਕਪਲ ਆਉਂਦੇ ਇਕੱਠੇ
ਮੇਲ ਨੂੰ ਇਹ ਅੰਡਰਸਟੈਂਡਿੰਗ ਹੁੰਦੀ ਕਿ ਹੀ ਹੈਜ਼ ਅ ਪ੍ਰੋਬਲਮ, ਬਟ ਉਹ ਕਈ ਵਾਰੀ even with his wife he is not comfortable explaining that problem.